दर्शकों विचार चर्चा प्रोग्राम च तुहाडा निघा स्वागत है। इस प्रोग्राम दे विच मेरे नाल उगे टिप्पणीकार मालविंदर सिंह माली हन। उन्हां नाल गल करांगे दो तीन अहम मुद्दों बारे। सब तो पहला गलबात की शुरुआत असीं करदे हां कि अज तीजे दिन भी देश की पार्लीमेंट दे दोने सदन बंद रहे। राज सभा च भी काम काज नहीं हो सकिया तो लोक सभा च भी कोई काम काज नहीं हो सकिया। केवल कुछ कागज़ जिहड़े मेज़ जिहड़े उहदे मेज़ां दे रखे गए, वो तो बिना कोई गलबात जी हो नहीं सकी। तो बाली जी तीजे दिन भी देश की पार्लीमेंट जी लगातार बंद है। 20 तरीक को पार्लीमेंट शुरू हुई सी, 11 अगस्त को इन्हें खत्म हो जाना। मणिपुर के मामले के उपर विरोधी धिर लगातार मांग कर रही है प्रधानमंत्री पहला अपनी जानकारी दसन, पहला सदन नूं जाणू कराउण भी उन्होंने जिहड़ा मणिपुर के मुद्दे ते की कदम चुके हैं। जिन्ना चिर प्रधानमंत्री नहीं बोलणगे उन्ना चिर विरोधी धिर अपना जिहड़ा डेडलॉक जारी रखेगी। तो अज जिहड़े आम आदमी पार्टी दे जिहड़े संजय सिंह उन्होंने राज सभा तो रहिंदे सैशन लई मुअत्तल भी कर दिता गया। तो तुसीं की कहना चाहुंदे हो सारे मसले दे उपर, क्योंकि मसला बहुत भयानक किस्म का हैगा। जो दरिंदगी मणिपुर च देखण नूं आई है उहदे तो दुनिया जिहड़ी है जिन्हां ने भी देखिया वो शर्मसार हो रही है। तो क्यों नहीं केंद्र सरकार इस संवेदनशील मुद्दे दे उपर संवेदन हुंदी? जम्मू साहब असल दे विच ना जी ये जिहड़ा मणिपुर का मसला ਇਹਦੇ बारे लगातार प्रधानमंत्री की साजिशी चुप ते फिर एक दबाव दे विच आके साजिशी बयान। साजिशी चुप मैं इस करके कहना कि वार वार मुख्यमंत्री मणिपुर दे MLA विधायक जां होर मिलते रहे, गृह मंत्री नूं लगातार रिपोर्टां भेजते रहे, गवर्नर भी रिपोर्टां भेजदा रहा। गवर्नर ने भी हुण बयान दिता, जिहड़ी उत्ते मीबी गवर्नर है उन्हें भी कहा भी मैं इहो जी गल कदे जिंदगी च नहीं देखी जो इत्थे मैं घिनौणापन देखिया। ते इस करके हुण इह जिहड़ा माहौल पैदा होया ना जी, ये असल च पैदा भी पिछले 9 सालां तो तुसीं एक मुल्क च माहौल पैदा करता, शक दा, साजिश दा, डर दा, भय दा, नफरत दा। ਉਹ ਹੁਣ ਜਿੰਨਾ ਸਾਲਾਂ 'ਚ ਤੁਸੀਂ ਲੋਕਾਂ ਦੇ ਮਨਾਂ ਦੇ ਵਿੱਚ ਇਹ ਭਰਿਆ, ਮਤਲਬ ਉੱਤਰ ਪੂਰਬ ਦੇ ਵਿੱਚ ਇਹੀ ਜੀ ਗੱਲ ਹੋਣੀ ਇੱਕ ਪੱਖੋਂ ਅਣਹੋਣੀ ਵੀ ਆ ਜਾਂ ਨਵੀਂ ਵੀ ਹੈ ਨਹੀਂ। ਤੁਹਾਡੇ ਤਾਂ ਆਪਾਂ ਇਹਨਾਂ ਗੱਲਾਂ ਬਾਰੇ ਸੋਚਦੇ ਵਿਚਾਰਦੇ ਰਹੇ ਹਾਂ। ਇਹ ਨਾਰਥ ਈਸਟ ਆ ਨਾ, ਜਦੋਂ ਭਾਰਤ ਆਜ਼ਾਦ ਹੋਇਆ, ਭਾਰਤ ਬਣਾਇਆ, ਕਿਉਂਕਿ ਭਾਰਤ ਪਹਿਲਾਂ ਤਾਂ ਕੋਈ ਦੇਸ਼ ਨਹੀਂ ਸੀ, ਸੰਵਿਧਾਨ ਦੇ ਅਨੁਸਾਰ ਬਣਿਆ, ਲਕੀਰਾਂ ਜੀਆਂ ਕੱਢੀਆਂ। ਉਦੋਂ ਇਹ ਉੱਤਰ ਪੂਰਬ ਦੇ ਜਿਹੜੇ ਸੂਬੇ ਸੀ ਜਿਨ੍ਹਾਂ ਨੂੰ 7 ਸਿਸਟਰਜ਼ ਕਿਹਾ ਜਾਂਦਾ ਸੀ, ਇਹਨਾਂ ਦੀ ਭਾਰਤ ਨਾਲ ਕੋਈ ਜੋਗਰਾਫੀਕਲ ਏਕਤਾ ਵੀ ਹੈ ਨਹੀਂ ਸੀ ਉਸ ਤਰ੍ਹਾਂ ਦੀ, ਨਾ ਸੱਭਿਆਚਾਰਕ ਏਕਤਾ ਸੀ, ਨਾ ਨਸਲੀ ਸਾਂਝ ਸੀ। ਈਵਨ ਜਿਹੜੇ ਉੱਥੋਂ ਦੇ ਹਿੰਦੂ ਨੇ ਜਾਂ ਹੋਰ ਨੇ ਉਹਨਾਂ ਦਾ ਵੀ ਬਹੁਤ ਵੱਡਾ ਵਖਰੇਵਾ। ਉਹ ਨਾ ਅਸਲ 'ਚ ਭਾਰਤ ਨਾਲ ਜੁੜਤਾ ਰਹੇ, ਪਰ ਉਹਨਾਂ ਦੇ ਆਪਦੇ ਰੀਤੀ ਰਿਵਾਜ ਕਹਿ ਲਓ, ਆਪਦੇ ਕਲੇਮ ਕਹਿ ਲਓ, ਆਪਦੀਆਂ ਰਵਾਇਤਾਂ ਕਹਿ ਲਓ, ਰਾਜ ਕਰਨ ਦੇ ਤਰੀਕੇ ਕਹਿ ਲਓ। ਈਵਨ ਨਾਗਾਲੈਂਡ ਤਾਂ ਬਹੁਤ ਵੱਡੀ ਲੜਾਈ ਵੀ ਲੜਦਾ ਰਿਹਾ। ਉਹ ਲਗਾਤਾਰ ਉੱਥੋਂ ਰਜਿਸਟੈਂਸ ਹੁੰਦੀ ਆ ਰਹੀ ਸੀ ਵੀ ਅਸੀਂ ਆਪਣੀ ਮਰਜ਼ੀ ਨਾਲ ਆਪਦੇ ਹਿਸਾਬ ਨਾਲ ਜਿਉਣਾ ਚਾਹੁੰਦੇ ਆ। ਤੇ ਸਰਕਾਰ ਸੀ ਜਿਹੜੀ ਲਗਾਤਾਰ ਉਹਨੂੰ ਕੰਟਰੋਲ ਕਰ ਰਹੀ ਸੀ। ਸਿੱਕਮ ਜਦੋਂ ਰਲਾਇਆ, ਦੇਖੋ ਭਾਰਤ ਦੇ ਨਾਲ ਤੁਹਾਨੂੰ ਪਤਾ ਕਿੰਨੀ ਵੱਡੀ ਭੂਟਾਨ ਆ ਜਿਹੜਾ ਉਹਦੇ ਦੇ ਉੱਤੇ ਵੀ ਅੱਖ ਰੱਖੀ ਹੋਈ ਸੀ। ਸੋ ਪਿਛਲੇ 9 ਸਾਲਾਂ 'ਚ ਇਹਨਾਂ ਨੇ ਜਿਹੜਾ ਹਿੰਦੂ ਰਾਸ਼ਟਰਵਾਦ ਆ ਨਾ ਜੀ, ਉਹਦੀ ਇੱਕ ਪ੍ਰਯੋਗਸ਼ਾਲਾ ਬਣਾ ਲਿਆ ਨਾਰਥ ਈਸਟ ਸਟੇਟਾਂ ਨੂੰ। ਵੀ ਦੇਖੋ ਉੱਥੇ ਅੱਡ-ਅੱਡ ਕਬੀਲੇ ਨੇ, ਉੱਥੇ ਕੁੱਕੀ ਵੀ ਨੇ, ਨਾਗਾਲੈਂਡ ਵੀ ਨੇ, ਮਤੇਈ ਵੀ ਨੇ, ਉੱਥੇ ਰਹੰਗੀਆ ਵੀ ਨੇ, ਉੱਥੇ ਮੁਸਲਮਾਨ ਵੀ ਨੇ, ਉੱਥੇ ਹਿੰਦੂ ਵੀ ਨੇ। ਪਰ ਉਹਨਾਂ ਦੀ ਇੱਕ ਇਲਾਕਾਈ ਨੇੜਤਾ ਵੀ ਆ। ਜਿਵੇਂ ਅਸਾਮ ਦੇ ਵਿੱਚ ਉਦੋਂ ਐਡੀ ਗੱਲ ਚੱਲੀ, ਜਾਂ ਬੰਗਾਲ 'ਚ ਵੀ ਗੱਲ ਚੱਲੀ, ਉਦੋਂ ਗੋਰਖਾਲੈਂਡ ਦੀ ਗੱਲ ਚੱਲੀ। ਮਤਲਬ ਗੋਰਖਾਲੈਂਡ ਇੱਕ ਅੱਡ ਕੌਂਸਲ ਵੀ ਬਣਾਈ। ਸਰਕਾਰਾਂ ਕੇਂਦਰ ਸਰਕਾਰਾਂ ਬਾਵਜੂਦ ਸਾਰੇ ਕਾਸੇ ਦੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦਿੰਦੀਆਂ ਸੀ। ਜਿਹੜੀ ਦਿਸ਼ਾ 'ਚ ਉਹ ਕਹਿੰਦੇ ਸੀ ਕੁਛ ਨਾ ਕੁਛ ਹੱਲ ਕਰਦੀਆਂ ਸੀ। ਇਹਨਾਂ ਨੇ ਅਸਲ 'ਚ ਉੱਥੇ ਦਾ ਸਾਰਾ ਕੋਰਸ ਚੇਂਜ ਕਰਨ ਦਾ ਰਾਹ ਅਖਤਿਆਰ ਕਰ ਲਿਆ। ਤੁਸੀਂ ਦੇਖੋ ਜਿਵੇਂ ਸਰਕਾਰਾਂ ਉੱਥੇ ਬਣਾਈਆਂ, ਜਿਵੇਂ ਤੋੜੀਆਂ, ਜਿਵੇਂ ਹੇਠਾਂ ਉੱਤੇ ਕੀਤੀਆਂ ਸਾਰੇ ਕਾਸੇ ਦੀਆਂ। ਹੁਣ ਇਹ ਅਸਲ 'ਚ ਉਸ ਖਿੱਤੇ ਨੂੰ ਹਿੰਦੂ, ਮੁਸਲਮਾਨ ਤੇ ਈਸਾਈਆਂ ਦੇ ਵਿੱਚ ਵੰਡਣਾ ਚਾਹੁੰਦੇ ਆ। ਜਿਵੇਂ ਆਪਾਂ ਕਹਿੰਦੇ ਨੇ ਵੀ ਅੰਗਰੇਜ਼ਾਂ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਕੀਤੀ। ਮਤਲਬ ਨਾਗਾਲੈਂਡ ਨਾਲ ਸਮਝੌਤਾ ਹੋਇਆ ਰਸਮੀ ਤੌਰ ਤੇ, ਲਾਗੂ ਨਹੀਂ ਕਰ ਰਹੇ, ਨਾ ਉਹਨੂੰ ਨੋਟੀਫਿਕੇਸ਼ਨ ਕਰ ਰਹੇ ਨੇ। ਕਿਉਂ? ਉਹ ਇਸ ਕਰਕੇ ਸੀ ਵੀ ਕਿਉਂਕਿ ਇਹਨਾਂ ਨੇ ਕਿਸੇ ਹੋਰ ਪਾਸੇ ਤੋਰਨਾ ਸੀ ਉੱਤਰ ਪੂਰਬੀ ਰਾਜਾਂ ਨੂੰ। ਇਸ ਕਰਕੇ ਇਸ ਨੀਤੀ ਦਾ ਵਿਰੋਧ ਵੀ ਹੋ ਰਿਹਾ। ਤੇ ਜੋ ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ, ਇੱਕ ਤਾਂ ਗੱਲ ਹੁੰਦੀ ਹੈ ਜੀ ਅਚਾਨਕ ਘਟਨਾ ਕੋਈ ਵਾਪਰ ਗਈ, ਵੱਡੀ ਘਟਨਾ ਵੀ ਵਾਪਰ ਗਈ। ਮੈਂ ਕਹਿੰਦਾ ਮੰਨ ਲਓ ਜਿਹੜੀ ਇਹੀ ਵੀਡੀਓ ਆਈ ਆ, ਇਹੀ ਅਚਾਨਕ ਵਾਪਰੀ ਹੁੰਦੀ, ਤੁਸੀਂ ਕਹਿ ਸਕਦੇ ਹੋ ਅਸੀਂ ਰਿਪੋਰਟ ਮੰਗ ਰਹੇ ਹਾਂ, ਅਸੀਂ ਜਾਣਕਾਰੀ ਮੰਗ ਰਹੇ ਹਾਂ, ਅਸੀਂ ਆਹ ਕਰ ਰਹੇ ਹਾਂ।
ਤੇ ਮੁੱਖ ਮੰਤਰੀ ਤਾਂ ਉਹ ਕਹਿੰਦਾ ਜੀ ਇੱਕ ਰਿਪੋਰਟ ਤੁਹਾਡੇ ਸਾਹਮਣੇ ਆ ਗਈ, ਇੰਨੀਆਂ ਤਾਂ ਸੈਂਕੜੇ ਨੇ। ਹਾਂਜੀ ਹਾਂਜੀ। ਸੋ ਇਸ ਹਾਲਤ ਦੇ ਵਿੱਚ ਵਿਰੋਧੀ ਧਿਰ ਦਾ ਇਹ ਮੰਗ ਕਰਨਾ ਕਿ ਹੁਣ ਤੱਕ ਦੀ ਸਾਰੀ ਹਾਲਤ ਬਾਰੇ ਕੀ ਹੋਇਆ, ਕੀ ਡਿਵੈਲਪਮੈਂਟ ਹੋਈ, ਰਾਜ ਸਰਕਾਰ ਨੇ ਕੀ ਕੀਤਾ, ਕੇਂਦਰ ਨੇ ਕੀ ਕੀਤਾ, ਤੁਹਾਡੇ ਆਪਸੀ ਵਾਰਤਾਲਾਪ 3 ਦਿਨ ਉੱਥੇ ਰਹਿ ਕੇ ਵੀ ਆਪਣਾ ਅਮਿਤ ਸ਼ਾਹ ਵੀ ਰਹਿ ਕੇ ਆਇਆ ਵੀ ਤੁਸੀਂ ਕਿਹੜੀਆਂ ਉੱਥੇ ਮਤਲਬ ਸਿੰਗੜੀਆਂ ਛੇੜ ਕੇ ਆਏ ਹੋ, ਕਿਹੜੀਆਂ ਡਾਇਰੈਕਸ਼ਨਾਂ ਦੇ ਕੇ ਆਏ ਹੋ, ਤੁਸੀਂ ਉਹ ਸੰਸਦ ਦੇ ਸਾਹਮਣੇ ਰੱਖੋ, ਠੀਕ ਆ। ਫਿਰ ਉਸ ਤੋਂ ਬਾਅਦ ਬਹਿਸ ਹੋ ਜੂਗੀ। ਅਸੂਲੀ ਮੰਗ ਆ ਤੇ ਇਹ ਆਪਣੀ ਜਿਹੜੀ ਹੁਣ ਤੱਕ ਦੀ ਜ਼ਿੰਮੇਵਾਰੀ ਆ ਉਹ ਤੇ ਪਰਦਾ ਪਾਉਣ ਲਈ ਇਹ ਅੜੇ ਹੋਏ ਨੇ ਵੀ ਅਸੀਂ ਨਹੀਂ ਬੋਲਣਾ, ਬਹਿਸ ਕਰ ਲਓ। ਬਹਿਸ ਕਿਵੇਂ ਹੋਏਗੀ ਜੇ ਵਿਰੋਧੀ ਧਿਰ ਇਸ ਗੱਲ ਤੇ ਬਜਿੱਦ ਰਹਿੰਦੀ ਹੈ ਕਿ ਅਸੀਂ ਚਾਹੁੰਦੇ ਕਿ ਪ੍ਰਧਾਨ ਮੰਤਰੀ ਪਹਿਲਾਂ ਬਿਆਨ ਦੇਵੇ, ਪ੍ਰਧਾਨ ਮੰਤਰੀ ਸਾਰੀ ਸਥਿਤੀ ਬਾਰੇ ਦੱਸੇ। ਜੇ ਹਾਕਮ ਧਿਰ ਇਸ ਗੱਲ ਨੂੰ ਐਡਮਿਟ ਨਹੀਂ ਕਰਦੀ, ਮਾਨਤਾ ਨਹੀਂ ਦਿੰਦੀ, ਤੇ ਫਿਰ ਕਿਵੇਂ ਚੱਲੇਗੀ ਪਾਰਲੀਮੈਂਟ? ਨਹੀਂ, ਪਾਰਲੀਮੈਂਟ ਅਸਲ 'ਚ ਜੀ ਇਹਨਾਂ ਦਾ ਚਲਾਉਣ ਦਾ ਇਰਾਦਾ ਹੀ ਨਹੀਂ। ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਪਹਿਲੀ ਵਾਰ ਇਤਿਹਾਸ 'ਚ ਹੋਇਆ ਵੀ ਹਾਕਮ ਪਾਰਟੀ ਨੇ ਪਿਛਲੀ ਲੋਕ ਸਭਾ ਨਹੀਂ ਚੱਲਣ ਦਿੱਤੀ। ਹੁਣ ਇਹ ਇਸ ਬਹਾਨੇ ਕਹਿ ਕੇ ਅਸੀਂ ਬਹਿਸ ਨੂੰ ਤਿਆਰ ਹਾਂ। ਕੀ ਤੇ ਬਹਿਸ ਨੂੰ ਤਿਆਰ ਹੋ ਜੀ? ਤੁਸੀਂ ਖਾਕਾ ਤਾਂ ਸਾਹਮਣੇ ਰੱਖੋ ਨਾ। ਜੇ ਤਾਂ ਅਖਬਾਰਾਂ ਦੀਆਂ ਰਿਪੋਰਟਾਂ ਤੇ ਬਹਿਸ ਕਰਨੀ ਆ ਵੀ ਫਲਾਣੇ ਅਖਬਾਰ ਨੇ ਐਂ ਲਿਖਿਆ ਜੀ, ਟੈਲੀਗ੍ਰਾਫ ਨੇ ਉਹ ਇੱਕ ਆਪਣਾ ਕਾਰਟੂਨ ਬਣਾਇਆ ਵੀ 56 ਇੰਚ ਦੀ ਛਾਤੀ ਵਾਲੇ ਤੇ ਜਜ਼ਬਾਤ ਦਾ ਅਹਿਸਾਸ ਪਹੁੰਚਣ ਲਈ 74 ਦਿਨ ਲੱਗੇ, 70 ਦਿਨ ਲੱਗੇ, ਤੇ ਫਿਰ ਉਹਨੇ ਮਤਲਬ ਮਗਰਮੱਛ ਦੇ ਹੰਝੂ ਆ ਜਿਹੜੇ ਬਿਆਨ ਨੂੰ ਮਗਰਮੱਛ ਦੇ ਹੰਝੂ ਬਹਾਏ, ਇਹ ਕਰਾਰ ਦਿੱਤਾ। ਹੁਣ ਇਹਨਾਂ ਤੇ ਬਹਿਸ ਹੋਊ ਉੱਥੇ ਵੀ ਕੌਣ ਕੀ ਕਹਿੰਦਾ। ਤੁਸੀਂ ਰਾਜ ਸਰਕਾਰ ਦਾ ਪੱਖ ਰੱਖੋ, ਕੇਂਦਰ ਸਰਕਾਰ ਦਾ ਪੱਖ ਰੱਖੋ, ਫਿਰ ਇਹ ਧਿਰ ਬਹਿਸ ਕਰੂਗੀ ਨਾ ਜੀ ਵੀ ਇਹ 'ਚ ਠੀਕ ਕੀ ਆ, ਗਲਤ ਕੀ ਆ, ਹੋਣਾ ਕੀ ਚਾਹੀਦਾ। ਤੁਸੀਂ ਇੱਥੇ ਕਿੱਥੇ ਮਾਰ ਖਾਂਦੇ ਹੋ ਜਾਂ ਤੁਸੀਂ ਗਲਤੀ ਕੀ ਕੀਤੀ। ਬਿਲਕੁਲ ਵਾਜਬ ਮੰਗ ਆ ਉਹਨਾਂ ਦੀ। ਤੇ ਇਹਦੇ ਵਿੱਚ ਸੰਜੇ ਸਿੰਘ ਨੂੰ ਦੇਖੋ, ਆਮ ਆਦਮੀ ਪਾਰਟੀ ਦੇ MP ਨੇ, ਪਰ ਮੈਂ ਉਹਨੂੰ ਵੇਖਿਆ, ਮਤਲਬ ਉਹਦਾ ਇੱਕ ਆਪਦਾ ਨਾ ਨੈਤਿਕਤਾ ਹੈਗੀ ਆ। ਤੁਸੀਂ ਦੇਖ ਲਓ ਮਜੀਠੀਏ ਤੋਂ ਮਾਫੀ ਨਹੀਂ ਮੰਗੀ ਉਹਨੇ ਹਾਲੇ ਤੱਕ, ਸਾਰੇ ਕਹੇ ਦੇ ਬਾਵਜੂਦ। ਹਾਲਾਂਕਿ ਜਦੋਂ ਕੇਜਰੀਵਾਲ ਮੰਗ ਗਏ ਸੀ, ਉਹ ਮੰਗ ਸਕਦਾ ਸੀ। ਰਾਜ ਸਭਾ ਵਿੱਚ ਜਦੋਂ ਬੋਲਦਾ ਨਾ ਜੀ, ਖੜਕਾਟਾ ਪਾਉਂਦਾ, ਉਹ ਤਿਆਰੀ ਕਰਕੇ ਬੋਲਦਾ, ਉਹ ਮਤਲਬ ਪੂਰੀ ਤਰ੍ਹਾਂ ਐਕਸਪੋਜ਼ ਕਰਦਾ ਸਾਰੇ ਕਾਸੇ ਨੂੰ। ਇਸ ਕਰਕੇ ਤੁਸੀਂ ਇੱਕ ਵਿਰੋਧੀ ਧਿਰ ਦੀ ਆਵਾਜ਼ ਬੰਦ ਕਰਾਉਣ ਲਈ, ਹਾਲਾਂਕਿ ਸਵਾਲ ਤਾਂ ਇਹ ਆ ਵੀ ਦਿੱਲੀ ਵਾਲਾ ਆਰਡੀਨੈਂਸ ਤੁਸੀਂ ਕਿਹਾ ਸੁਪਰੀਮ ਕੋਰਟ 'ਚ ਵੀ ਫੈਸਲਾ ਨਾ ਹਾਲੇ ਕਰੋ, ਅਸੀਂ ਬਿੱਲ ਲਿਆਉਣੇ ਆ, ਤੁਸੀਂ ਉਸ ਪਾਰਟੀ ਦੇ ਇੱਕ ਵੱਡੇ ਲੀਡਰ ਨੂੰ ਮਤਲਬ ਸਸਪੈਂਡ ਕਰ ਰਹੇ ਹੋ ਸਾਰੇ ਸੈਸ਼ਨ ਲਈ। ਇਹਦੇ ਵਿੱਚ ਕੀ ਤੁਕ ਆ ਜੀ? ਸੋ ਇਹ ਤਾਨਾਸ਼ਾਹੀ ਆ ਜੀ, ਤਾਨਾਸ਼ਾਹੀ। ਇਹਦਾ ਮਤਲਬ ਇਹ ਜੋ ਦੋਨੇ ਧਿਰਾਂ ਇਸ ਗੱਲ ਤੇ ਅੜੀਆਂ ਰਹੀਆਂ, ਤੇ ਇਹਦਾ ਮਤਲਬ ਪਾਰਲੀਮੈਂਟ ਦਾ ਇਹ ਵੀ ਸੈਸ਼ਨ ਪਿਛਲੇ ਸੈਸ਼ਨ ਦੀ ਤਰ੍ਹਾਂ ਵਾਸ਼ ਹੋਊਗਾ। ਮਤਲਬ ਹੋ ਸਕਦਾ ਜੀ। ਮਤਲਬ ਇਹ ਤੋਂ ਸਵਾਲ ਇਹ ਵੀ ਉੱਠਦਾ ਨਾ ਜੰਮੂ ਸਾਹਿਬ ਕਿ ਜੋ ਪ੍ਰਚਲਿਤ ਤੌਰ ਤਰੀਕੇ ਨੇ, ਪ੍ਰਚਲਿਤ ਸੰਸਥਾਵਾਂ ਨੇ, ਸਰਕਾਰ ਅਸਲ 'ਚ ਉਹਨਾਂ ਅਨੁਸਾਰ ਉਹਨਾਂ ਰਵਾਇਤਾਂ ਰਾਹੀਂ ਰਾਜ ਕਰਨ ਦੇ ਸਮਰੱਥ ਨਹੀਂ ਰਹੀ, ਜਾਂ ਚਲਾਉਣਾ ਨਹੀਂ ਚਾਹੁੰਦੀ, ਜਾਂ ਪਾਰਦਰਸ਼ਤਾ ਨਹੀਂ ਚਾਹੁੰਦੀ, ਜਾਂ ਜਵਾਬਦੇਹੀ ਨਹੀਂ ਚਾਹੁੰਦੀ। ਇਹ ਇਸੇ ਕਰਕੇ ਆ ਨਾ। ਹੁਣ ਉੱਥੇ ਮਨੀਪੁਰ 'ਚ ਤਾਂ ਡਬਲ ਇੰਜਨ ਦੀ ਸਰਕਾਰ ਆ ਨਾ ਜੀ। ਮਤਲਬ ਬੜਾ ਤੁਸੀਂ ਕਹਿੰਦੇ ਸੀ, ਤੁਸੀਂ ਮੋਦੀ ਦੇ ਭਾਸ਼ਣ ਸੁਣੋ, ਮਤਲਬ ਉਹਨਾਂ ਨੇ ਸਾਰਿਆਂ ਨੇ ਕੱਢ ਕੇ ਲਿਆਂਦੇ ਨੇ। ਮੇਰਾ ਮਣੀਪੁਰ ਨਾਲ ਸਾਂਝ ਕੀ ਆ, ਮੈਂ RSS ਦੇ ਤੌਰ ਤੇ ਕੀ ਆਉਂਦਾ ਰਿਹਾ, ਸਾਡੀ ਸਰਕਾਰ ਬਣਾਓ, ਮੁੱਕ ਜਾਣਗੇ ਲੜਾਈਆਂ। ਜਿਵੇਂ ਭਗਵੰਤ ਮਾਨ ਕਹਿੰਦਾ ਸੀ ਨਾ, ਆਹ ਬਟਨ ਦੱਬ ਦਿਓ, ਧਰਨੇ, ਰੈਲੀਆਂ, ਟੈਂਕੀ ਤੇ ਚੜਨ ਵਾਲੇ ਸਾਰੇ ਮਾਮਲੇ ਖਤਮ ਹੋ ਜਾਣਗੇ। ਉਹ ਕਹਿੰਦਾ ਸੀ ਸਾਰੀਆਂ ਲੜਾਈਆਂ ਖਤਮ ਹੋ ਜਾਣਗੀਆਂ, ਅਮਨ ਸ਼ਾਂਤੀ ਬਹਾਲ ਹੋਊ। ਤੇ ਉੱਥੇ ਜੰਮੂ ਜੀ ਇਹੀ ਜੀ ਅੱਗ ਇਹਨਾਂ ਨੇ ਲਾਤੀ। ਉਹ ਚਲੋ ਉੱਤਰ ਪੂਰਬ ਨੂੰ ਤਾਂ ਸਾੜ ਰਹੀ ਆ, ਉਹ ਮੁਲਕ 'ਚ ਕੀ ਅਸਰ ਪਾ ਰਹੀ ਆ, ਇਹ ਇੱਕ ਵੱਡੀ ਗੱਲ ਆ। ਦੂਜਾ ਦੁਨੀਆ ਦੇ ਵਿੱਚ ਕੀ ਅਸਰ ਪਾ ਰਹੀ ਆ। ਮਤਲਬ ਜਿਹੜਾ ਤੁਸੀਂ ਕਹਿੰਦੇ ਹੋ ਨਾ ਜੀ, ਅਸੀਂ ਮਤਲਬ ਮੁਲਕ ਦੁਨੀਆ ਦੇ ਵਿੱਚ ਅਸੀਂ ਵਿਸ਼ਵ ਗੁਰੂ ਬਣਨਾ, ਸਭ ਕਾ ਸਾਥ, ਸਭ ਦੇ ਨਾਲ ਆ। ਮਤਲਬ ਤੁਸੀਂ 9 ਸਾਲਾਂ 'ਚ ਇੱਕ ਪ੍ਰੈਸ ਕਾਨਫਰੰਸ ਕੀਤੀ ਆ, ਇੱਕ ਸਵਾਲ ਨੇ ਤੁਹਾਨੂੰ ਮੁੱਦੇ ਮੂੰਹ ਉਲਟਾ ਕੇ ਰੱਖਤਾ। ਵਿਰੋਧੀ ਧਿਰ ਨੇ ਪਹਿਲੀ ਵਾਰ ਇੱਕ ਆਪਦਾ ਕਨਸੈਪਟ ਲਿਆਤਾ ਇੰਡੀਆ ਦਾ, ਇੰਡੀਆ ਦੀ ਵਿਆਖਿਆ ਕਿ ਉਹ ਦਿੱਤੀ, ਤੁਹਾਡੀ ਸਾਰੀ ਜਾਮ ਕਰਤੀ ਸਾਰਾ ਕੁਝ। ਸੋ ਇਸ ਹਾਲਤ ਦੇ ਵਿੱਚ ਮਤਲਬ ਇਹ ਬੜੀ ਖਤਰਨਾਕ ਸਿਚੁਏਸ਼ਨ। ਤੁਸੀਂ ਦੇਖੋ, ਪ੍ਰਧਾਨ ਮੰਤਰੀ ਫਰਾਂਸ ਗਿਆ, ਯੂਰਪੀਅਨ ਯੂਨੀਅਨ ਨੇ ਉਦੋਂ ਤਾਂ ਕੁਝ ਸਾਹਮਣੇ ਨਹੀਂ ਆਇਆ ਸੀ ਨਾ ਜੀ। ਉਹਨਾਂ ਨੇ ਉਦੋਂ ਇਹ ਸਵਾਲ ਉਠਾਇਆ ਵੀ ਤੁਹਾਡੇ ਹਾਲ ਕੀ ਬਣ ਰਿਹਾ, ਈਸਾਈ ਭਾਈਚਾਰੇ ਦਾ ਹਾਲ ਕੀ ਬਣ ਰਿਹਾ। ਜਿਹੜਾ ਆਪਾਂ ਕਹਿ ਦਿੰਦੇ ਹਾਂ ਮੁਸਲਮਾਨਾਂ ਦੇ ਬਹੁਤ ਦੇਸ਼ ਨੇ, ਉਹ ਤਾਂ ਬਹੁਤ ਚੱਕਰਾਂ 'ਚ ਫਸੇ ਹੋਏ ਨੇ, ਪਰ ਇਹਨਾਂ ਮਾਮਲਿਆਂ 'ਚ ਯੂਰਪੀਅਨ ਤੇ ਦੂਜੇ ਦੇਸ਼ ਆ ਜਿਹੜੇ, ਉਹਨਾਂ ਨੇ ਮੋਦੀ ਦੀ ਸੰਗੀ ਤੇ ਗੁੱਠਾ ਰੱਖਣਾ ਹੀ ਰੱਖਣਾ, ਤੇ ਇਹਨਾਂ ਦਾ ਜਲੂਸ ਆ ਜਿਹੜਾ ਦੁਨੀਆ 'ਚ ਨਿਕਲ ਰਿਹਾ ਜੀ। ਤੇ ਇਹ ਜਿਹੜੀ ਪਾਰਲੀਮੈਂਟ ਆ, ਉੱਥੇ ਜਿਹੜੇ ਹਾਲਤ ਆ ਮਨੀਪੁਰ ਦੀ, ਜੇ ਪਾਰਲੀਮੈਂਟ 'ਚ ਬਹਿਸ ਨਹੀਂ ਹੁੰਦੀ ਤਾਂ ਮਨੀਪੁਰ ਦੀ ਹਾਲਤ ਸੁਧਾਰਨ ਲਈ ਕੀ ਕਦਮ ਲਏ ਜਾਣਗੇ? ਕੀ ਵਿਰੋਧੀ ਧਿਰ ਆਪਣੀ ਉੱਥੇ ਕੰਟਰੀਬਿਊਸ਼ਨ ਜਿਹੜੀ ਬਣਦੀ ਆ ਉਹ ਕਰੇਗੀ, ਜਾਂ ਜਿਵੇਂ ਚੱਲ ਰਿਹਾ ਮਾਮਲਾ ਉਵੇਂ ਚੱਲਦਾ ਰਹੇਗਾ? ਨਾ, ਫਿਰ ਇਹਦਾ ਤਾਂ ਮਤਲਬ ਇਹੀ ਹੈ ਵੀ ਜਿਹਦੇ ਹੱਥ 'ਚ ਜੋ ਆ ਗਿਆ ਜੀ ਉਹੀ ਕਿੱਲੀ ਦੱਬੀ ਜਾਊ। ਜਦੋਂ ਤੁਸੀਂ ਹਰ ਇੱਕ ਸੰਕਟ ਵੇਲੇ, ਤੁਸੀਂ ਅਕਸਰ ਕਹਿੰਦੇ ਹੋ ਆਲ ਪਾਰਟੀ ਮੀਟਿੰਗ ਬੁਲਾਈਏ, ਸੂਬਿਆਂ 'ਚ ਵੀ ਕਹਿੰਦੇ ਹੋ, ਉੱਥੇ ਵੀ ਕਹਿੰਦੇ ਹੋ। ਹੁਣ ਇਹ ਤਾਂ ਸਾਰੀਆਂ ਪਾਰਟੀਆਂ ਦਾ ਸਾਂਝਾ ਸਦਨ ਆ ਨਾ ਜੀ। ਤੁਸੀਂ ਉੱਥੇ ਡਿਸਕਸ਼ਨ ਕਰੋ, ਡਿਸਕਸ਼ਨ ਕਰਕੇ
ਚਲੋ ਗਲਤੀਆਂ ਕੀ ਹੋਈਆਂ ਨੇ ਉਹ ਵੀ ਸਾਹਮਣੇ ਆਉਣਗੀਆਂ। ਆਉਣ ਵਾਲੇ ਸਮੇਂ 'ਚ ਕੀ ਕਰਨਾ ਚਾਹੀਦਾ ਉਹ ਤੇ ਇੱਕ ਸਾਂਝੀ ਗੱਲ ਤਾਂ ਬਣੇ ਨਾ ਜੀ। ਮਤਲਬ ਤੁਸੀਂ ਇਹ ਕਹਿ ਕੇ ਵੀ ਇੰਟਰਨੈਟ ਬੰਦ ਕਰਤਾ, ਤੁਸੀਂ ਅਸਾਮ ਜਿਹੜੀ ਰਾਈਫਲ ਜਾਂ ਉਹਨੂੰ ਭੇਜਤਾ। ਹੁਣ ਅਸਾਮ ਰਾਈਫਲ ਜਾਂ ਜਿਹੜੀ ਉਹਨੂੰ ਮਤਈ ਭਾਈਚਾਰਾ ਨਹੀਂ ਚੰਗਾ ਸਮਝਦਾ, ਉਹ ਔਰਤਾਂ ਰੋਕੀ ਸੜਕਾਂ ਰੋਕੀ ਖੜੀਆਂ ਨੇ ਵੀ ਤੁਸੀਂ ਤਾਂ ਸਾਡੇ ਨਾਲ ਦੁਸ਼ਮਣੀ ਕਮਾਉਂਦੇ ਹੋ। ਤੇ ਮਨੀਪੁਰ ਦੀ ਹਾਲਤ ਬਿਲਕੁਲ ਇਸ ਤਰ੍ਹਾਂ ਜੰਮੂ ਜੀ, ਜਿੰਨਾ ਕੁ ਸਾਹਮਣੇ ਆਇਆ ਸਾਰਾ ਪ੍ਰਸ਼ਾਸਨ ਦੋ ਹਿੱਸਿਆਂ 'ਚ ਵਟ ਗਿਆ। ਜਿੰਨੇ ਮਨੀਪੁਰ ਦੇ ਅਫਸਰ ਨੇ ਉਹ ਮਨੀਪੁਰ ਦੇ ਇਲਾਕੇ 'ਚ ਚਲੇ ਗਏ, ਆਪਦਾ ਈਵਨ ਫੈਕਟਰੀਆਂ ਛੱਡ ਕੇ, ਦਫ਼ਤਰ ਛੱਡ ਕੇ। ਜਿੰਨੇ ਮਤਈ ਵਾਲੇ ਨੇ ਜਿਹੜੇ ਕੁੱਕੀ ਇਲਾਕੇ 'ਚ ਨੇ ਉਹ ਸਾਰੇ ਛੱਡ ਕੇ, ਸਰਕਾਰੀ ਡਿਊਟੀਆਂ ਛੱਡ ਕੇ ਆਪੋ ਆਪਦੇ ਹਲਕਿਆਂ 'ਚ ਚਲੇ ਗਏ, ਉੱਥੇ ਹੀ ਸਾਰੇ ਸੇਫ ਨੇ। ਜਦੋਂ ਪ੍ਰਸ਼ਾਸਨ ਅਫਸਰਸ਼ਾਹੀ ਦੀ ਇੰਨੀ ਵੰਡ ਹੋ ਜੇ ਵੀ ਆਹ ਇਲਾਕੇ 'ਚ ਨਹੀਂ ਅਸੀਂ ਸੇਫ, ਅਸੀਂ ਇੱਥੇ ਸੇਫ ਆ, ਤੇ ਹਾਲਤ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਵੀ ਕਿੱਡੀ ਗੰਭੀਰ ਆ। ਇਹਦਾ ਇੰਪੈਕਟ ਜਿਹੜਾ ਦੂਜੇ ਸੂਬਿਆਂ ਦੇ ਵੀ ਪੈਣ ਲੱਗਿਆ। ਮਿਜ਼ੋਰਮ ਦੇ ਵਿੱਚ ਇੱਕ ਜਿਹੜੀ ਖਾੜਕੂ ਜਥੇਬੰਦੀ, ਉਹਨੇ ਦਹਿਸ਼ਤਗਰਦ ਜਥੇਬੰਦੀ, ਉਹਨੇ ਧਮਕੀ ਦੇ ਦਿੱਤੀ ਵੀ ਇੱਥੋਂ ਜਿਹੜੇ ਮੈਤੀ ਜਾਣ, ਨਹੀਂ ਤਾਂ ਅਸੀਂ ਉਹ ਮਨੀਪੁਰ ਨੂੰ ਆਉਣ ਲੱਗ ਪਏ। ਨਹੀਂ ਦੇਖੋ, ਜਦੋਂ ਨਾ ਜੀ ਇੱਕ ਚੇਨ ਰਿਐਕਸ਼ਨ ਹੁੰਦਾ, ਇਹ ਚੇਨ ਰਿਐਕਸ਼ਨ ਕਿੱਥੇ ਕਿਵੇਂ ਹੁੰਦਾ, ਤੁਹਾਡੀ ਗੱਲ ਠੀਕ ਆ। ਮਤਲਬ ਉਸ ਇਲਾਕੇ ਦੇ ਵਿੱਚ ਹੋ ਸਕਦਾ ਪ੍ਰੋ ਕੁੱਕੀ ਫੋਰਸਿਸ ਹੋਣ, ਕਿਉਂਕਿ ਕੁੱਕੀ ਨੇ ਜਿਹੜੇ ਉਹ ਲੜਾਕੇ ਨੇ, ਉਹ ਤਾਂ ਲੜਦੇ ਰਹੇ ਨੇ ਆਪਦੇ ਹੱਕਾਂ ਲਈ, ਹੋਰ ਸਾਰੇ ਕਾਸੇ ਦੇ ਲਈ, ਉਹਨਾਂ ਦਾ ਅਸਰ ਉੱਥੇ ਵੀ ਪੈ ਜੇ। ਹੁਣ ਜੇ ਜੋ ਕੁਝ ਪੰਜਾਬ 'ਚ ਹੋਇਆ 1984 ਵੇਲੇ, ਜੋ ਦਿੱਲੀ 'ਚ ਹੋਇਆ, ਮੁਲਕ ਦੇ ਕਿੰਨੇ ਸ਼ਹਿਰਾਂ 'ਚ ਵੀ ਹੋਇਆ। ਦਿੱਲੀ ਤਾਂ ਆਪਾਂ ਨਾਂ ਲੈ ਦਿੰਦੇ ਨਾ ਜੀ, ਮਤਲਬ ਬੰਗਾਲ ਦੀ ਉਦਾਹਰਨ ਆ ਇੱਕ, ਵੀ ਉੱਥੇ ਉਹਨਾਂ ਨੇ ਮਤਲਬ ਪੱਤਾ ਨਹੀਂ ਹੋਣ ਨਹੀਂ ਦਿੱਤਾ, ਕਿਉਂਕਿ ਉੱਥੇ ਕਮਿਊਨਿਸਟਾਂ ਦੀ ਸਰਕਾਰ ਸੀ। ਤੇ ਬਾਕੀ ਹਰ ਇੱਕ ਥਾਂ ਤੇ ਜਿੰਨਾ ਵੀ ਜਿੱਥੇ ਹੋ ਸਕਦਾ ਸੀ, ਦੱਖਣ ਤਾਂ ਚਲੋ ਬਚਿਆ, ਬਾਕੀ ਉੱਤਰ ਭਾਰਤ ਜਿਹੜੀ ਇਹਨਾਂ ਦੀ ਕੌ ਬੈਲਟ ਆ, ਉੱਥੇ ਤਾਂ ਸਾਰੇ ਇਹ ਕੁਝ ਹੋਇਆ। ਸੋ ਇਹ ਚੇਨ ਰਿਐਕਸ਼ਨ ਆ ਜਿਹੜਾ, ਇਹ ਉਦੋਂ ਵੀ ਖਤਰਨਾਕ ਆ। ਜਦੋਂ ਨਾ ਜੀ ਔਰਤ ਆ ਜਿਹੜੀ, ਔਰਤ ਨਾਲ ਜਦੋਂ ਤੁਸੀਂ ਇਹ ਕਰ ਲਓ, ਫਿਰ ਤੁਸੀਂ ਇਹ ਮੰਨ ਲਓ ਹਰ ਇੱਕ ਪਰਿਵਾਰ ਦੀ ਔਰਤ ਜਦੋਂ ਅਸੁਰੱਖਿਅਤ ਮਹਿਸੂਸ ਕਰਨ ਲੱਗ ਜੇ, ਦੋਨੇ ਪਾਸੇ ਦੀਆਂ ਕਰਦੀਆਂ ਨੇ, ਫਿਰ ਇਕੱਲੀ ਇਹ ਨਹੀਂ ਕੁੱਕੀ ਵਾਲੀਆਂ ਨੇ, ਫਿਰ ਮਤਈ ਵਾਲੇ ਵੀ ਉੱਥੇ ਆ। ਜਿਹੜੇ ਘਰ ਦੇ ਵਿੱਚ ਔਰਤ ਦੀ ਇਹ ਹਾਲਤ ਹੋ ਜੇ, ਤੇ ਫਿਰ ਉਹ ਪਰਿਵਾਰ ਕਿਹਾ ਜਾ ਹੁੰਦਾ, ਸੋਸਾਇਟੀ ਦਾ ਮਾਨਸਿਕ ਅਸਰ ਕਿਹਾ ਜਾ ਪੈਂਦਾ। ਇਹ ਬਹੁਤ ਵੱਡੀ ਗੰਭੀਰ ਗੱਲ ਆ। ਆਉਣ ਵਾਲੇ ਸਮੇਂ 'ਚ ਇਹ 7 ਸਿਸਟਰ ਜਿਹਨੂੰ ਆਪਾਂ ਕਹਿੰਦੇ ਸੀ, ਉਹਨਾਂ ਦੀ ਮਾਨਸਿਕਤਾ ਕਿਹੜੇ ਪਾਸੇ ਨੂੰ ਜਾਂਦੀ ਆ, ਇਹ ਮੁਲਕ ਲਈ ਸੱਚੀ ਮੁੱਚੀ ਫਿਕਰ ਵਾਲੀ ਗੱਲ ਆ। ਤੇ ਇਹ ਜਿਹੜਾ ਇਹ ਕਿਹਾ ਜਾਂਦਾ ਨਾ, ਇਹ ਕਾਓ ਬੈਲਟ ਦੇ ਆਸਰੇ ਮੁਲਕ ਨੂੰ ਜੇ ਇਕੱਠਾ ਕਰਨ ਦੀ, ਫਿਰ ਆਲੇ ਦੁਆਲੇ ਕਿੰਗਰੇ ਭੁਰਨਗੇ, ਚਾਹੇ ਉਹ ਜੰਮੂ ਕਸ਼ਮੀਰ ਆ, ਚਾਹੇ ਇਹ ਆ। ਤੇ ਦੱਖਣ ਦੇ ਵਿੱਚ ਤੁਹਾਨੂੰ ਪਤਾ ਆਵਾਜ਼ਾਂ ਉੱਠੇ ਰਹੀਆਂ ਨੇ, ਕਰਨਾਟਕ ਕਹਿੰਦਾ ਸਾਡਾ ਵੱਖਰਾ ਝੰਡਾ ਚਾਹੀਦਾ, ਜਾਂ ਮਹਾਰਾਸ਼ਟਰ ਵਾਲੇ ਮਤਲਬ ਕਿੰਨਾ ਅਗਰੈਸਿਵਲੀ ਬੋਲ ਰਹੇ ਨੇ, ਤਾਮਿਲਨਾਡੂ ਵਾਲੇ ਕੀ ਕਰ ਰਹੇ ਨੇ। ਸੋ ਇਸ ਕਰਕੇ ਇਹ ਜਿਹੜਾ ਕਹਿੰਦੇ ਸੀ ਨਾ ਜੀ, ਸਬਕਾ ਸਾਥ ਸਬਕਾ ਵਿਕਾਸ, ਉਹਦਾ ਜਲੂਸ